अखंड कीर्तनी जथा इंटरनेशनल धर्म प्रचार लहर ਅਤੇ ਵਿਰਸਾ ਸੰਭਾਲ ਮੁਹਿੰਮ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਜੀ ਵਰਗਾ ਕੋਈ ਉਹ ਸਿੱਧਕੀ ਸਿੱਖ ਹੀ ਗੁਰੂ ਦਾ ਥਾਪੜਾ ਲੈ ਕੇ ਮੈਦਾਨ ਵਿੱਚ ਨਿਤਰਦਾ ਹੈ ਜਿਸ ਦੇ ਰੋਮ ਰੋਮ ਵਿੱਚ ਗੁਰੂ ਲਈ ਅਥਾਹ ਪ੍ਰੇਮ ਅਤੇ ਸਿੱਖ ਪੰਥੀ ਚੜ੍ਹਦੀ ਕਲਾ ਦਾ ਜਜ਼ਬਾ ਹੋਵੇ। ਜਥੇਦਾਰ ਬਲਦੇਵ ਸਿੰਘ ਵੱਲੋਂ 2006 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸਾ ਸੋਧ ਕੇ ਸ਼ੁਰੂ ਕੀਤੀ ਗਈ ਧਰਮ ਪ੍ਰਚਾਰ ਮੁਹਿੰਮ ਇਸ ਵੇਲੇ ਵਿਲੱਖਣ ਪੈੜਾਂ ਪਾਉਂਦੀ ਹੋਈ ਭੁੱਲੇ ਭਟਕੇ ਨੌਜਵਾਨਾਂ ਨੂੰ ਆਪਣੇ ਮਾਣਮੱਤੇ ਵਿਰਸੇ ਨਾਲ ਜੋੜ ਰਹੀ ਹੈ। ਜਥੇਦਾਰ ਬਲਦੇਵ ਸਿੰਘ ਥਾਂ ਤੇ ਜਾ ਕੇ ਗੁਰੂ ਦਾ ਹੋਕਾ ਦਿੰਦਿਆਂ ਸਿੱਖ ਨੌਜਵਾਨਾਂ ਨੂੰ ਸਿੱਖੀ ਦੀ ਮੁੱਖ ਧਾਰਾ ਨਾਲ ਜੁੜਨ ਦੀ ਪੁਰਜ਼ੋਰ ਅਪੀਲ ਕਰਦੇ ਹਨ ਅਤੇ ਜਿਹੜੇ ਨੌਜਵਾਨ ਸਿੱਖੀ ਦੀ ਧਾਰਾ ਨਾਲ ਜੁੜਦੇ ਹਨ ਉਹਨਾਂ ਨੂੰ ਸਿਰੋਪਾਓ ਅਤੇ ਧਾਰਮਿਕ ਸਹਾਇਤਾ ਦਿੱਤਾ ਜਾਂਦਾ ਹੈ। ਧਰਮ ਪ੍ਰਚਾਰ ਲਹਿਰ ਨੂੰ ਅੱਗੇ ਤੋਰਦਿਆਂ 164ਵੇਂ ਗੇੜ ਦਾ ਮੁੱਖ ਸਮਾਗਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਹੇਠਲੇ ਪਿੰਡ ਮਸੀਤਪਲ ਕੋਟ ਵਿਖੇ ਪੂਰੇ ਪੰਥਕ ਜਾਹੋ ਜਲਾਲ ਨਾਲ ਸੰਪੂਰਨ ਹੋਇਆ। ਇਹ ਸਮਾਗਮ 1978 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਅਵਤਾਰ ਸਿੰਘ ਕੁਰਾਲਾ ਦੀ ਯਾਦ ਨੂੰ ਸਮਰਪਿਤ ਸੀ। ਇੱਥੇ ਇਹ ਗੱਲ ਵੀ ਖਾਸ ਤੌਰ ਤੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਸਿੱਖ ਰਿਆਤ ਮਰਜ਼ਾਦਾ ਤਿਆਰ ਕਰਨ ਵਾਲੀ ਕਮੇਟੀ ਦੇ ਮੈਂਬਰ ਭਾਈ ਨਰੈਣ ਸਿੰਘ ਵੀ ਇਸੇ ਪਿੰਡ ਦੇ ਜੰਮਪਲ ਸਨ। ਦੂਰਦਰਸ਼ਨ ਕੇਂਦਰ ਜਲੰਧਰ ਦੇ ਸਾਬਕਾ ਡਿਪਟੀ ਡਾਇਰੈਕਟਰ ਜਨਰਲ ਅਤੇ ਉੱਘੇ ਵਿਦਵਾਨ ਡਾਕਟਰ ਦਲਜੀਤ ਸਿੰਘ ਵੀ ਇਸੇ ਪਿੰਡ ਦੇ ਜੰਮਪਲ ਨੇ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੀਆਂ ਮਾਣਮੱਤੀਆਂ ਪਰੰਪਰਾਵਾਂ ਅਤੇ ਸਿੱਖ ਵਿਰਸੇ ਦਾ ਬਹੁਤ ਪ੍ਰਚਾਰ ਕੀਤਾ। ਉਹਨਾਂ ਦੇ ਸਕੇ ਭਰਾ ਡਾਕਟਰ ਪ੍ਰਿਤਪਾਲ ਸਿੰਘ ਅਮਰੀਕਾ ਵਿੱਚ ਰਹਿੰਦਿਆਂ ਸਿੱਖ ਤਾਲਮੇਲ ਕਮੇਟੀ ਦੇ ਮੁਖੀ ਵਜੋਂ ਵਿਸ਼ਵ ਭਰ ਵਿੱਚ ਸਿੱਖੀ ਦੀ ਮਹਿਕ ਫੈਲਾ ਰਹੇ ਹਨ। ਇਹ ਸਮਾਗਮ ਜਥੇਦਾਰ ਬਲਦੇਵ ਸਿੰਘ ਮੁਖੀ ਖੰਡ ਕੀਰਤਨ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਦੀ ਦਿਸ਼ਾ ਨਿਰਦੇਸ਼ਨਾ ਤਹਿਤ ਅਤੇ ਖਾਲਸਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਡਰਬੀ ਯੂਕੇ ਦੇ ਪ੍ਰਧਾਨ ਭਾਈ ਬਲਵਿੰਦਰ ਸਿੰਘ ਨਨੂਆ, ਭਾਈ ਨਿਸ਼ਾਨ ਸਿੰਘ ਇੰਟਰਨੈਸ਼ਨਲ ਪ੍ਰਧਾਨ ਧਰਮ ਪ੍ਰਚਾਰ ਲਹਿਰ ਟਰਸਟ ਅਤੇ ਭਾਈ ਅਜੀਤ ਸਿੰਘ ਅਕਬਰਪੁਰਾ ਮੁੱਖ ਪ੍ਰਬੰਧਕ ਅਤੇ ਇੰਟਰਨੈਸ਼ਨਲ ਪ੍ਰਧਾਨ ਧਰਮ ਪ੍ਰਚਾਰ ਲਹਿਰ ਟਰਸਟ ਦੇ ਸੁਚੱਜੇ ਪ੍ਰਬੰਧਾਂ ਅਧੀਨ ਨੇਪਰੇ ਚੜਿਆ। ਇਸ ਗੁਰਮਤਿ ਸਮਾਗਮ ਦੇ ਮੌਕੇ ਤੇ 18 ਜੁਲਾਈ ਦੀ ਰਾਤ ਨੂੰ ਗੁਰਬਾਣੀ ਕੀਰਤਨ ਦੇ ਨਾਲ ਕਵੀਸ਼ੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਲਈ ਪ੍ਰੇਰਿਆ। ਉਪਰੰਤ ਸੰਗਤਾਂ ਨੂੰ ਧਾਰਮਿਕ ਫਿਲਮ ਵਿਖਾਈ ਗਈ। 19 ਜੁਲਾਈ ਦਾ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ ਤੋਂ ਸਵੇਰੇ 7 ਵਜੇ ਪ੍ਰਭਾਤ ਫੇਰੀ ਨਾਲ ਆਰੰਭ ਕੀਤਾ ਗਿਆ ਜਿਸ ਵਿੱਚ ਸੰਗਤਾਂ ਸ਼ਰਧਾ ਪੂਰਵਕ ਸ਼ਾਮਲ ਹੋਈਆਂ। ਜਥੇਦਾਰ ਬਲਦੇਵ ਸਿੰਘ ਵੱਲੋਂ ਦਿੱਤੇ ਸੁਨੇਹੇ ਦਾ ਅਸਰ ਹੀ ਸੀ ਕਿ ਪਿੰਡ ਮਸੀਤਪਲ ਕੋਟ ਵਿੱਚ ਹੋਏ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ ਜਿਨ੍ਹਾਂ ਨੂੰ ਸਿਰੋਪਾਓ ਦੇ ਕੇ ਨਵਾਜ਼ਿਆ ਗਿਆ। ਇਸ ਤੋਂ ਉਪਰੰਤ ਪਿੰਡ ਮਸੀਤਪਲ ਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਗਏ ਜਿਨ੍ਹਾਂ ਦੀ ਆਰੰਭਤਾ ਸ਼ਹੀਦਗੰਜ ਗੁਰਮਤਿ ਸੰਗੀਤ ਕਾਲਜ ਅੰਮ੍ਰਿਤਸਰ ਦੀ ਪ੍ਰਿੰਸੀਪਲ ਡਾਕਟਰ ਗੁਰਮੀਤ ਕੌਰ ਖਾਲਸਾ ਅਤੇ ਉਹਨਾਂ ਦੇ ਸਿਖਾਏ ਹੋਏ ਵਿਦਿਆਰਥੀਆਂ ਦੇ ਰਾਗੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਕੀਤੀ। ਪ੍ਰੋਫੈਸਰ ਸਰਬਜੀਤ ਸਿੰਘ ਸੋਹੀਆਂ ਦੇ ਕਵੀਸ਼ੀ ਜਥੇ ਨੇ ਵੀ ਇਸ ਮੌਕੇ ਤੇ ਸਿੱਖ ਇਤਿਹਾਸ ਸੰਗਤਾਂ ਨੂੰ ਸਰਵਣ ਕਰਾਇਆ। ਜਥੇਦਾਰ ਬਲਦੇਵ ਸਿੰਘ ਮੁਖੀ ਅਖੰਡ ਕੀਰਤਨ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਨੇ ਧਰਮ ਪ੍ਰਚਾਰ ਲਹਿਰ ਦੇ ਮਿਸ਼ਨਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਸਿੱਖ ਪੁੱਤਾਂ ਦੇ ਕੇਸ ਰਖਾਉਣ, ਨੌਜਵਾਨਾਂ ਦੇ ਨਸ਼ੇ ਛਡਾਉਣ, ਧੀਆਂ ਨੂੰ ਕੁੱਖ ਵਿੱਚ ਮਰਨ ਤੋਂ ਬਚਾਉਣ ਅਤੇ ਸੰਗਤਾਂ ਨੂੰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨਾਲ ਜੋੜਨ ਲਈ ਆਪਣੇ ਵਿਚਾਰ ਸਾਂਝੇ ਕੀਤੇ। ਧਰਮ ਪ੍ਰਚਾਰ ਲਹਿਰ ਦਾ ਇਸ ਸਮਾਗਮ ਪਿੰਡ ਮਸੀਤਪਲ ਕੋਟ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸਮੁੱਚੀ ਗ੍ਰਾਮ ਪੰਚਾਇਤ, ਸਮੂਹ ਸੰਗਤਾਂ ਅਤੇ ਹੋਰ ਸ਼ਰਧਾਲੂਆਂ ਦੇ ਸਹਿਯੋਗ ਨਾਲ ਇਤਿਹਾਸਕ ਹੋ ਨਿਬੜਿਆ। ਇਸ ਸਮਾਗਮ ਦੌਰਾਨ ਸਿੱਖ ਰਹਿਤ ਮਰਜ਼ਾਦਾ ਸ੍ਰੀ ਅਕਾਲ ਤਖਤ ਸਾਹਿਬ ਮੁਤਾਬਕ 5 ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ ਕੀਤਾ ਗਿਆ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪੁੱਜੇ 5 ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਅਤੇ ਅੰਮ੍ਰਿਤ ਅਭਿਲਾਖੀਆਂ ਨੂੰ ਧਰਮ ਪ੍ਰਚਾਰ ਲਹਿਰ ਵੱਲੋਂ ਪੇਟਾ ਰਹਿਤ ਕਕਾਰ ਅਤੇ ਸਿਰੋਪਾਓ ਦਿੱਤੇ ਗਏ। ਸੋ ਆਓ ਆਪਾਂ ਸਾਰੇ ਆਨੰਦ ਮਾਣਦੇ ਹਾਂ ਧਰਮ ਪ੍ਰਚਾਰ ਲਹਿਰ ਦੇ ਇਸ ਸਮਾਗਮ ਦਾ ਅਤੇ ਇਸ ਲਹਿਰ ਦਾ ਹਿੱਸਾ ਬਣ ਕੇ ਪੰਥਕ ਕਾਰਜਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਪ੍ਰਣ ਕਰੀਏ ਤਾਂ ਜੋ ਸਿੱਖ ਪੰਥ ਦੀ ਹਰ ਪਾਸੇ ਗੁਰੂ ਕਿਰਪਾ ਸਦਕਾ ਚੜ੍ਹਦੀ ਕਲਾ ਅਤੇ ਜੈ ਜੈਕਾਰ ਹੋਵੇ। ਅੱਜ ਮੈਂ ਇਸ ਧਰਤੀ ਤੇ ਆਇਆ। ਇਹ ਆਨੰਦਪੁਰ ਦੀ ਧਰਤੀ ਹੈ, ਇਹ ਇਲਾਕਾ। ਪਤਾ ਨਹੀਂ ਤੁਸੀਂ ਪੁੱਛਿਆ ਕਿ ਨਹੀਂ ਪੁੱਛਿਆ, ਮੈਂ ਜ਼ਰੂਰ ਪੁੱਛਿਆ ਜੇ ਇਹ ਧਰਤੀ ਹੈ ਤੂੰ ਕਿਹਦੀ ਹੈ। ਇਸ ਧਰਤੀ ਦੇ ਜਰੇ ਜਰੇ ਚੋਂ, ਜ਼ਮੀਨ ਚੋਂ, ਅਸਮਾਨ ਚੋਂ ਇਹ ਗੂੰਜਾਂ ਪੈਂਦੀਆਂ ਜੇ। ਇਹ ਧਰਤੀ ਗੁਰੂ ਗੋਬਿੰਦ ਸਿੰਘ ਦੀ, ਇਹ ਧਰਤੀ ਗੁਰੂ ਗੋਬਿੰਦ ਸਿੰਘ ਦੀ, ਇਹ ਧਰਤੀ ਗੁਰੂ ਗੋਬਿੰਦ ਸਿੰਘ ਦੀ। ਜਿਉਂ-ਜਿਉਂ 1699 ਦੀ ਵਿਸਾਖੀ ਆ ਰਹੀ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੁਝ ਗੰਭੀਰ ਹੁੰਦੇ ਜਾ ਰਹੇ ਆ। ਸਨੇਹ ਜਾ ਰਹੇ ਆ ਸੰਗਤਾਂ ਨੂੰ ਕਿ 1699 ਦੀ ਵਿਸਾਖੀ ਦੇ ਉੱਤੇ ਸੰਗਤਾਂ ਹੁਮ ਹਮਾ ਕੇ ਪਹੁੰਚਣ। ਸਾਰੀਆਂ ਸੰਗਤਾਂ ਨੂੰ ਸੱਦਾ ਪੱਤਰ ਗਏ। ਇਹਦੀ ਚਰਚਾ
औरंगजेब के दरबार विच भी शुरू हो गई। उन्हें एक सूइया भेजिया, उहदा नाम है अब्दुल दुरानी। वो सूइया आया, वो देखदा कि सदे पत्तर सिंघां नूं जा रहे हैं। संगतां बहुत इकट्ठियां होईयां। 1699 की विसाखी नूं उस सूइए दी जो डायरी है उहदे विच की लिखिया वो सुन लो। उन्हें लिखिया कि बादशाह सलामत, अज विसाखी का दिन है, 1699 की विसाखी का दिन है। 80,000 तो उपर का इकट्ठ है मेरे मुताबिक। कहते अज गुरु गोबिंद सिंह दे तौर तरीके, संगतां नूं संबोधन करन दे तरीके, संगतां विच बड़े जाहो जलाल नाल गुरु गोबिंद सिंह प्रगट होए है। स्टेज ते आके कहंदे गुरु रूप खालसा जी मैनू सिर दी लोड़ है। कहंदे एक दया राम दा सिख उठिया, उन्हें सिर हाजिर किया। गुरु गोबिंद सिंह पातशाह उसनूं तंबू च लै गए। बाद च आए, दूजी बार आए है, फिर मंग की है गुरु गोबिंद सिंह ने सिर किसी एक सिर दी होर लोड़ है। कहंदे दूजा सिख हिम्मत राय उठिया, उसनूं भी तंबू च लै गए ते लहू भिजी किरपान दे नाल आके तीजी बार मंग की है सिर दी लोड़। कौन उठिया? दूजी बार धर्म सिंह उठिया, तीजी बार हिम्मत राय उठिया। धर्मचंद, हिम्मत राय, वारी वारी मोहकम चंद ते फिर साहब चंद, 5 सिंघां दे सिर कलम करके गुरु गोबिंद सिंह पातशाह ने उन्होंने दे कोले जो अब्दुल दरानी की रिपोर्ट है, जो साडे कोले हिस्टरी है, कहते उन्होंने स्टेज के उत्ते लियांदा, कपड़ा पाया, कलाम पढ़िया, एक किस्म दियां पोशाकां उन्होंने गल है, ते फिर उस पोशाकां दे विच उन्होंने संबोधन करते, संगतां नूं संबोधन करदियां होइयां कहा कि ये सिंह दे दर्शन, सिंघां दे दर्शन करो पंजां दे। और उस वेले वो कढ़ाई लिखदा, लोहे दी कढ़ाई और खंजर लैके ते कहंदे कलाम पढ़िया, उसनूं अमृत किया। पंजां प्यारियां नूं, पंजां सिंघां नूं अमृत छका के भाई दया सिंह जिहड़ा जात दा खतरी सी, जात पात दा कोड खत्म हो गया। धर्म सिंह अमृत छक के जात मुक गई, जिहड़ा जट सी। हिम्मत सिंह जात दा झूर, जात मुक गई। मोहकम चंद जात दा शिंबा जदों सिंह बन गया, जात मुक गई। साहब चंद जात दा नाई, अमृत छक लिया, जात पात मुक गई। इन गरीबन को देहो पातशाही, याद करे हमरी गुरियाई। 5 प्यारे थापे गुरु गोबिंद सिंह ने श्री आनंदपुर की धरती ते अमृत छकाया। अमृत छकाउण तो बाद की किया? अमृत छका के गुरु गोबिंद सिंह ने ऐलान किया, अज तो बाद पिता तुहाडा गुरु गोबिंद सिंह, माता साहब कौर वासी आनंदपुर, नानके गुरु के लाहौर,
जात पात दा कोड खत्म। ये 5 प्यारे थापे गुरु गोबिंद सिंह ने। और फिर जो ओदी रिपोर्ट है ਉਹਦੇ ਮੁਤਾਬਕ 5 ਪਿਆਰਿਆਂ ਦੇ ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਹੱਥ ਜੋੜ ਕੇ ਉਹਨਾਂ ਕੋਲ ਅੰਮ੍ਰਿਤ ਦੀ ਮੰਗ ਕੀਤੀ ਤੇ ਗੁਰੂ ਗੋਬਿੰਦ ਸਿੰਘ ਨੇ 5 ਪਿਆਰਿਆਂ ਕੋਲੇ ਆਪ ਅੰਮ੍ਰਿਤ ਛਕਿਆ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਆਪੇ ਗੁਰੂ ਤੇ ਆਪੇ ਚੇਲਾ। ਇਹ ਜੋ ਪ੍ਰਸੰਗ आनंदपुर की धरती ते वापरिया, ये धरती इत्थे खालसा पंथ प्रगट होया। ये आनंदपुर की धरती ते खालसा पंथ प्रगट होया। उस टाइम दे उत्ते हजारां ने 5 प्यारियां कोले अमृत पान किया। और अफजल दरानी जिहड़ी एक गल कहंदा, बादशाह सलामत, ये मेरी आखिरी रिपोर्ट है ते गुरु गोबिंद सिंह पातशाह दा सिख बन चले हैं, क्योंकि मैं अपनी अखीं जो कौतुक देख लिया, मैं उहदे तो प्रभावित हैं ते अज मैं गुरु गोबिंद सिंह पातशाह कोले अमृत पान कर रहा। ये मेरी आखिरी रिपोर्ट है तुहाडे लई। उन्हें अमृत पान किया, इतिहास दसदा कि उहदा नां सिख रखिया गया, सिंह बनिया, उन्हें बाणी बंदगी की ते प्रवान चढ़िया। बादशाह दरवेश हक हक गहा, शहन शहन शाह। ये ओ पिंड जिथे जिस पिंड दे शहीद भाई अवतार सिंह जी कुराले वाले, जिस पिंड दे दमाद ने साडे तन भाग, असी उस पिंड दियां संगतां दे दर्शन कर रहे हैं। और ये तुहाडे वास्ते बड़े ही फखर दी गल है कि ये कोई पुरानी घटना नहीं, ये ते हुण दी अज 1978 दी विसाखी दी गल है कि जदों ये भाई साहब गुरु ग्रंथ ते गुरु पंथ दी शान दी खातर इन्हां ने शहादत दिती। भाई साहब जी क्योंकि जथेदार बलदेव सिंह जी नाल सन ते ओ गवाह ने कि जदों उन्हां नूं गोलियां लगियां ते चौंकड़ा मार के बैठे ते उन्हां दे अंदरों आवाज़ आ रही है, वाहिगुरू वाहिगुरू वाहिगुरू। ये जेड़े भाई साहब डॉक्टर जसबीर सिंह खन्ने वाले हुणे बोल के गए ने, इन्हां दा मन बहुत परेशान रहिंदा है कि जो अज सिक्खी दे हालात ने कि ये क्यों इन्ने विगड़ते जा रहे ने। भाई ये जिहड़ी तंद है ये अज दी विगड़ी नहीं, ये सानू छाती मारनी पएगी कि कारण की है, एक सिंह दा चरित्र की सी। भाई तारू सिंह जिन्हां दे खोपर लवाए गए, ओ पूला पिंड दे रहन वाले ते उस वेले ओ ਸਿੰਘਾਂ ਨੂੰ आए गए नू 1.5 किला उन्हां दी पैली सी सिर्फ, ते उस पैली दे विचों ओ जो कमाउंदे सी ओ रात नू जेड़े ਸਿੰਘਾਂ नू, क्योंकि आप जी जानते हो कि ਸਿੰਘਾਂ दा कोई घर घाट टिकाना नहीं सी, वेले के वेले जदों ਸਿੰਘ उत्थे आंदे सी ते ओ अपनी सारी कमाई उन्हां नू प्रशादा छकाउण च लाउंदे सी। और महताब सिंह सुखा सिंह ने जदों मस्से रंगड़ दा सिर वड्डिया सी तां उस तो बाद सिखां ते होर भी तशद्दद होने शुरू हो गए, क्योंकि उन्हां दी बड़ी बेइज्जती सी हुकूमत दी कि जदों ओ दरबार साहब दे अंदर जाके उनदा सिर वड्ड के लै आए सन तां उस वेले हुकूमत दी बड़ी बेइज्जती सी। इस करके उन्हां ने सिखां ते होर भी ज़्यादा जुल्म करने शुरू कर दिते सन। पर फिर भी भाई तारू सिंह दा चरित्र, उन्हां दी शख्सियत ऐसी सी कि उस 4 सालां दे दौरान किसी मुसलमान ने भी उन्हां दे खिलाफ मुखबरी नहीं की। भाई साहब भाई अवतार सिंह जी शहीद, उन्हां दी याद विच ही तुसीं सारे अपने मन बना के गुरु वाले बनो अते खंडे बाटे दा अमृत पान करके अपना लोक सुखी ते परलोक सहेला करो। मैं जो साडे भाई साहब सत्कारयोग, मैं कल भी कहा सी, इन्हां नूं असीं सतपुरुष भी कह सकते हैं, इन्हां नूं असीं महापुरुष भी कह सकते हैं, इन्हां नूं असीं ब्रह्म ज्ञानी भी कह सकते हैं, क्योंकि जिन्हां ने
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਚਲਾਇਆ ਹੋਇਆ, ਪਹਿਲਾਂ ਵੀ ਮੈਂ ਦੱਸਿਆ ਸੀ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਚਾਰੇ ਯੁੱਗਾਂ ਦਾ ਸਤਿਗੁਰਾਂ ਨੇ ਚਾਰ ਉਦਾਸੀਆਂ ਧਾਰਨ ਕੀਤੀਆਂ ਤੇ ਉਹਨਾਂ ਦਾ ਦੱਸਿਆ ਹੋਇਆ ਧਰਮ ਪ੍ਰਚਾਰ ਦਾ ਮਿਸ਼ਨ ਜੋ ਭਾਈ ਸਾਹਿਬ ਸਾਡੇ ਸਤਿਕਾਰਯੋਗ ਜਥੇਦਾਰ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਕਰ ਰਹੇ ਹਨ। ਤੇ ਮੈਨੂੰ ਇਸ ਗੱਲ ਦਾ ਅਫਸੋਸ ਹੈ, ਅਸੀਂ ਬਹੁਤ ਵੱਡੇ ਵੱਡੇ ਅਹੁਦੇ ਲੈ ਕੇ ਬੈਠੇ ਹਾਂ, ਪਰ ਜਿਹੜੀ ਜ਼ਿੰਮੇਵਾਰੀ ਸਾਡੇ ਸਤਿਕਾਰਯੋਗ ਭਾਈ ਸਾਹਿਬ ਨਿਭਾ ਰਹੇ ਹਨ, ਅਜੇ ਤੱਕ ਨਾ ਕੋਈ ਨਿਭਾ ਸਕਿਆ ਤੇ ਨਾ ਕਿਸੇ ਨੇ ਨਿਭਾਈ ਹੈ। ਸੋ ਅਸੀਂ ਇਹਨਾਂ ਦੇ ਨਾਲ ਕੰਧੇ ਨਾਲ ਕੰਧਾ ਜੋੜ ਕੇ ਵੱਧ ਤੋਂ ਵੱਧ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਨਾਲ ਜੁੜ ਕੇ ਆਪਾਂ ਧਰਮ ਪ੍ਰਚਾਰ ਪਸਾਰ ਵਧਾਈਏ। ਜੋ ਇਹ ਸੇਵਾ ਕਰ ਰਹੇ ਹਨ, ਗੁਰੂ ਮਹਾਰਾਜ ਨੇ ਇਹਨਾਂ ਨੂੰ ਯੋਗ ਸਮਝ ਕੇ ਸੇਵਾ ਦਿੱਤੀ ਹੈ। ਸਤਿਗੁਰੂ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਸੇਵਾ ਇਹਨਾਂ ਦੇ ਵਿੱਚ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਚੁਣ ਕੱਢੇ ਲੱਧੋ ਵਾਰਿਆ। ਸਾਡੇ ਵਰਗਿਆਂ ਵਿੱਚੋਂ ਇਹ ਲੱਧੇ ਵਾਰੇ ਸਿੱਖ ਕੱਢ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਨੂੰ ਸੇਵਾ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਇਹਨਾਂ ਤੋਂ ਸੇਵਾ ਚੜ੍ਹਦੀ ਕਲਾ ਵਿੱਚ ਲੈਣ, ਮੇਰੀ ਇਹ ਅਰਦਾਸ ਹੈ। ਅਸੀਂ ਆਸ ਕਰਦੇ ਹਾਂ ਕਿ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਇਸ ਲਹਿਰ ਨੂੰ ਬਹੁਤ ਵਧੀਆ ਢੰਗ ਨਾਲ ਚਲਾਉਂਦੇ ਹਨ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਪੰਜਾਂ ਪਿਆਰਿਆਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੰਗਤ ਨੂੰ ਅੰਮ੍ਰਿਤ ਬਾਟੇ ਦਾ ਅੰਮ੍ਰਿਤ ਛਕਾਉਂਦੇ ਹਨ। ਤੇ ਭਾਈ ਸਾਹਿਬ ਭਾਈ ਪ੍ਰੋਫੈਸਰ ਸਰਬਜੀਤ ਸਿੰਘ ਸੋਹੀ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਆਪਣੇ ਜਥੇ ਨਾਲ ਸੰਗਤਾਂ ਨੂੰ ਕਵੀਸ਼ਰਾਂ ਰਾਹੀਂ ਨਿਹਾਲ ਕਰਦੇ ਹਨ। ਤੇ ਪ੍ਰੋਫੈਸਰ ਗੁਰਮੀਤ ਕੌਰ ਖਾਲਸਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਕੀਰਤਨ ਰਾਹੀਂ ਜੋ ਕਿ ਸੇਵਾ ਕਰਦੇ ਹਨ। ਤੇ ਇੱਥੇ ਦੀ ਕਮੇਟੀ ਦਾ ਵੀ ਧੰਨਵਾਦ ਬਹੁਤ, ਜਿਨ੍ਹਾਂ ਨੇ ਪ੍ਰੋਗਰਾਮ ਰੱਖ ਕੇ ਜਿਨ੍ਹਾਂ ਨੇ ਮਾਣ ਦਿੱਤਾ ਤੇ ਅੱਗੇ ਤੋਂ ਵੀ ਆਸ ਕਰਦੇ ਹਾਂ ਇਸੇ ਤਰ੍ਹਾਂ ਇਹ ਪ੍ਰਬੰਧ ਚੱਲਦਾ ਰਹੇ।